Good morning, students. Today we will do a poem, True Growth. The name of the poem is True Growth and the name of the poet is Ben Jonson. This is a very beautiful and a short poem composed by Ben Jonson. Students, let's recite this poem. Let's recite with me and listen me carefully. ਧਿਆਨ ਨਾਲ ਸੁਣੋ ਬੇਟਾ, ਅਸੀਂ ਇਸ poem ਨੂੰ recite ਕਰਾਂਗੇ. It is not growing like a tree. In bulk doth make man better be. Or standing long as an oak, 300 years to fall a log at last, dry, bald and sere. A lily of a day is fairer far in May, although it fall and die that night. It was the plant and flower of light. In small proportions we just beauty see, and in short measures life may perfect be. So this is a very beautiful poem with a very good message composed by Ben Jonson. Now I will explain you this poem. In the very first two lines, it is not growing like a tree, in bulk doth make man better be. ਇਹਨਾਂ ਪਹਿਲੀਆਂ ਦੋ ਲਾਈਨਸ ਦੇ ਵਿੱਚ ਬੇਟਾ ਪੋਇਟ ਕਹਿਣਾ ਚਾਹ ਰਿਹਾ ਹੈ ਕਿ ਇਨਸਾਨ ਦੀ ਇੱਕ ਮੈਨ ਯਾਨੀ ਕਿ ਆਦਮੀ ਦੀ ਇਨਸਾਨ ਦੀ ਜ਼ਿੰਦਗੀ ਬੈਟਰ ਨਹੀਂ ਹੈ ਜੇ ਉਹ ਇੱਕ ਦਰਖਤ ਵਾਂਗ ਹੀ ਟੌਲ ਬਲਕ ਲੰਬਾ ਹੋ ਰਿਹਾ ਹੈ ਫੈਲ ਰਿਹਾ ਹੈ ਇੱਕ ਦਰਖਤ ਵਾਂਗ ਹੀ ਜ਼ਿੰਦਗੀ ਜੀ ਰਿਹਾ ਹੈ ਇੱਕ ਦਰਖਤ ਦੇ ਵਿੱਚ ਪੋਇਟ ਐਗਜ਼ਾਮਪਲ ਦੇ ਰਿਹਾ ਸਾਨੂੰ ਓਕ ਟਰੀ ਦੀ ਔਰ ਸਟੈਂਡਿੰਗ ਲੌਂਗ ਐਜ਼ ਐਨ ਓਕ 300 years to fall a log at last, dry, bald and sere. ਬੱਚੇ ਪੋਇਟ ਕਹਿਣਾ ਚਾਹ ਰਿਹਾ ਹੈ ਕਿ ਇੱਕ ਓਕ ਟਰੀ ਬਰੂਦ ਦਾ ਦਰਖਤ ਜਿਹੜਾ ਹੈ ਉਹ 300 ਸਾਲ ਲਈ ਜ਼ਿੰਦਗੀ ਜਿਉਂਦਾ ਹੈ ਪਰ ਉਹ ਜ਼ਿੰਦਗੀ ਜਿਉਂਦੇ ਸਮੇਂ ਵੀ ਤੇ ਅੰਤ ਵਿੱਚ ਜਦੋਂ ਉਹ ਖਤਮ ਹੋ ਜਾਂਦਾ ਹੈ 300 ਸਾਲ ਬਾਅਦ ਐਟ ਲਾਸਟ ਅੰਤ ਵਿੱਚ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤਾਂ ਉਹ ਇੱਕ ਸੁੱਕੇ ਡਰਾਈ ਬਾਲਡ ਬਿਨਾਂ ਕਿਸੇ ਪੱਤੇ ਤੋਂ ਐਂਡ ਸੇਅਰ ਇੱਕ ਬੇਜਾਨ ਲੱਕੜ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਓਕ ਟਰੀ ਇੱਕ ਅਜਿਹਾ ਟਰੀ ਹੈ ਜਿਹੜਾ 300 ਸਾਲ ਲਈ ਜ਼ਿੰਦਾ ਰਹਿ ਕੇ ਵੀ ਕਿਸੇ ਇਨਸਾਨ ਤੱਕ ਹੀ ਕਿਸੇ ਜਾਨਵਰ ਦੇ ਵੀ ਕੁਝ ਖਾਸ ਕੰਮ ਨਹੀਂ ਆਉਂਦਾ ਇਸ ਦਾ ਫਲ ਕੜਵਾ ਹੁੰਦਾ ਹੈ ਇਸ ਦੇ ਪੱਤੇ ਵੀ ਬਹੁਤ ਬੇਜਾਨ ਤੇ ਬੇਕਾਰ ਹੁੰਦੇ ਨੇ ਜੋ ਕਿਸੇ ਦੇ ਜਾਨਵਰ ਜਾਂ ਕਿਸੇ ਹੋਰ ਕਿਸੇ ਕੰਮ ਵਿੱਚ ਵੀ ਨਹੀਂ ਲਿਆਏ ਜਾਂਦੇ ਪੋਇਟ ਕਹਿਣਾ ਚਾਹ ਰਿਹਾ ਹੈ ਕਿ ਇਸ ਓਕ ਟਰੀ ਦੇ ਨਾਲੋਂ ਨੈਕਸਟ ਸਟੈਂਜ਼ੇ ਵਿੱਚ ਉਹ ਦੱਸ ਰਿਹਾ ਹੈ ਕਿ ਜਿਹੜਾ ਲਿਲੀ ਫਲਾਵਰ ਹੈ ਅ ਲਿਲੀ ਆਫ ਅ ਡੇ ਇਜ਼ ਫੇਅਰ ਫਾਰ ਇਨ ਮੇ ਜਿਹੜਾ ਲਿਲੀ ਫਲਾਵਰ ਹੈ ਉਹ ਮਈ ਮਹੀਨੇ ਦੇ ਵਿੱਚ ਇੰਨਾ ਸੋਹਣਾ ਖਿੜਦਾ ਹੈ ਇੱਕ ਦਿਨ ਲਈ ਅ ਡੇ ਇੱਕ ਦਿਨ ਲਈ ਇੰਨਾ ਪਿਆਰਾ ਤੇ ਇੰਨਾ ਸੋਹਣਾ ਖਿੜਦਾ ਹੈ ਕਿ ਉਹ ਸਾਡੇ ਗਾਰਡਨ ਦੀ ਇੰਨੀ ਸੁੰਦਰਤਾ ਵਧਾ ਦਿੰਦਾ ਹੈ ਕਿ ਜੋ ਵੀ ਸਾਡੇ ਗਾਰਡਨ ਵੱਲ ਦੇਖਦਾ ਹੈ ਉਸਨੂੰ ਇੱਕ ਉਸਦੇ ਚਿਹਰੇ 'ਤੇ ਇੱਕ ਸਮਾਈਲ ਆ ਜਾਂਦੀ ਹੈ ਉਹ ਦੇਖਦਾ ਹੀ ਰਹਿ ਜਾਂਦਾ ਹੈ ਕਿ ਕਿੰਨਾ ਸੋਹਣਾ ਫੁੱਲ ਹੈ ਇਟ ਵਾਜ਼ ਦ ਪਲਾਂਟ ਐਂਡ ਫਲਾਵਰ ਆਫ ਲਾਈਟ ਪੋਇਟ ਇਸ ਨੂੰ ਫਲਾਵਰ ਆਫ ਲਾਈਟ ਕਹਿ ਰਿਹਾ ਲਿਲੀ ਨੂੰ ਕਿਉਂਕਿ ਇਹ ਕਿਸੇ ਦੇ ਚਿਹਰੇ 'ਤੇ ਸਮਾਈਲ ਲਿਆ ਰਿਹਾ ਹੈ ਇਹ ਕਿਸੇ ਨੂੰ ਇੱਕ ਜ਼ਿੰਦਗੀ ਦੇ ਵਿੱਚ ਇੱਕ
ਇੱਕ ਦਿਨ ਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਜ਼ਿੰਦਗੀਆਂ ਨੂੰ ਖੁਸ਼ੀ ਦੇ ਰਿਹਾ ਹੈ, ਉਹਨਾਂ ਨੂੰ ਇੱਕ ਸਮਾਈਲ ਕਰਨ ਦਾ ਮੌਕਾ ਦੇ ਰਿਹਾ ਹੈ। ਕਿੰਨੇ ਵੀ ਉਦਾਸ ਹੋਈਏ ਅਸੀਂ, ਪਰ ਗਾਰਡਨ 'ਚ ਅਸੀਂ ਜਾਂਦਿਆਂ ਹੀ ਜਦੋਂ ਸੋਹਣੇ ਫੁੱਲਾਂ ਨੂੰ ਦੇਖਦੇ ਹਾਂ, when we see beautiful flowers we make our face smiling। ਸੋ ਅਗਲੀਆਂ ਦੋ ਲਾਈਨਾਂ 'ਚ ਪੋਇਟ ਕਹਿਣਾ ਚਾਹ ਰਿਹਾ ਹੈ, in small proportions we just beauty see, and in short measures life may perfect be। ਕਿ ਜ਼ਿੰਦਗੀ ਓਕ ਟਰੀ ਵਾਂਗੂ ਲੰਬੀ ਨਾ ਵੀ ਹੋਵੇ, ਚਾਹੇ ਉਹ ਇੱਕ ਦਿਨ ਦੇ ਲਿਲੀ ਫਲਾਰ ਵਾਂਗੂ ਇੱਕ ਦਿਨ ਦੀ ਹੀ ਕਿਉਂ ਨਾ ਹੋਵੇ, ਇੱਕ ਦਿਨ ਦੇ ਵਿੱਚ ਵੀ ਅਸੀਂ ਇੰਨਾ ਕੁਝ ਵਧੀਆ ਕਰ ਸਕਦੇ ਹਾਂ ਆਪਣੇ ਲਈ ਔਰ ਇਸ ਕੁਦਰਤ ਲਈ, ਇਸ ਦੁਨੀਆ ਲਈ, ਇਸ ਇਨਸਾਨੀਅਤ ਲਈ, ਕਿ ਅਸੀਂ ਹਮੇਸ਼ਾ ਯਾਦ ਕੀਤੇ ਜਾ ਸਕਦੇ ਹਾਂ। ਤੁਸੀਂ ਭਗਤ ਸਿੰਘ ਨੂੰ ਜਾਣਦੇ ਹੀ ਹੋ ਕਿ ਉਹ ਕਿੰਨੀ ਯੰਗ ਏਜ ਦੇ ਵਿੱਚ ਆਪਣੀ ਦੇਸ਼ ਲਈ ਸ਼ਹੀਦ ਹੋਏ ਸਨ। ਉਹਨਾਂ ਦੇ ਮਨ 'ਚ ਦੇਸ਼ ਲਈ ਇੰਨਾ ਪਿਆਰ ਸੀ। ਅਸੀਂ ਉਹਨਾਂ ਦੀ ਉਦਾਹਰਨ ਜੋੜ ਸਕਦੇ ਹਾਂ ਇੱਥੇ ਬੈਨ ਜੌਨਸਨ ਦੇ ਓਕ ਟਰੀ ਅਤੇ ਲਿਲੀ ਫਲਾਰ ਦੀ ਐਗਜ਼ੈਂਪਲ ਨੂੰ ਦੱਸਣ ਲਈ, ਕਿ ਉਹਨਾਂ ਨੇ ਯੰਗ ਏਜ ਦੇ ਵਿੱਚ ਹੀ ਜਿਹੜਾ ਬਹੁਤ ਜਵਾਨੀ ਦੀ ਉਮਰ ਦੇ ਵਿੱਚ ਆਪਣੇ ਦੇਸ਼ ਲਈ ਸ਼ਹੀਦੀ ਦਿੱਤੀ। ਸੋ ਇੰਨੀ ਛੋਟੀ ਉਮਰ 'ਚ ਉਹਨਾਂ ਦੀ ਸ਼ਹੀਦੀ ਹੋਈ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਅੱਜ ਵੀ ਅਸੀਂ ਉਹਨਾਂ ਬਾਰੇ ਕਿਤਾਬਾਂ ਦੇ ਵਿੱਚ ਪੜ੍ਹ ਰਹੇ ਹਾਂ, ਉਹ ਸਾਡੀਆਂ ਕਿਤਾਬਾਂ 'ਚ ਜ਼ਿੰਦਾ ਨੇ। ਸਾਡੇ ਛੋਟੇ ਸਾਹਿਬਜ਼ਾਦੇ ਜਿਹੜੇ ਨੇ, ਅਸੀਂ ਉਹਨਾਂ ਦੀ ਉਦਾਹਰਨ ਲੈ ਸਕਦੇ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਕਿੰਨੀ ਮੀਨਿੰਗਫੁਲ ਸੀ, ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਬਲੀਦਾਨ, ਕਿ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਅੱਜ ਵੀ ਉਹ ਸਾਡੇ ਕਿਤਾਬਾਂ ਵਿੱਚ ਜ਼ਿੰਦਾ ਨੇ। ਸੋ ਕਵੀ ਇਸ ਛੋਟੀ ਜਿਹੀ ਪੋਇਮ ਦੇ ਥਰੂ ਇੱਕ ਮੈਸੇਜ ਦੇ ਰਿਹਾ ਹੈ, ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਰਿਹਾ ਹੈ that we should love quality not quantity। quality matters more than quantity। ਸਾਨੂੰ ਕੁਆਲਿਟੀ ਵੱਲ ਧਿਆਨ ਦੇਣਾ ਚਾਹੀਦਾ ਹੈ, ਚਾਹੇ ਥੋੜ੍ਹਾ ਕੰਮ ਕਰੀਏ ਜਾਂ ਥੋੜ੍ਹੀ ਜ਼ਿੰਦਗੀ ਜੀਏ, ਪਰ ਉਹ ਮੀਨਿੰਗਫੁਲ ਹੋਣੀ ਚਾਹੀਦੀ ਹੈ। ਸੋ ਦਿਸ ਇਜ਼ ਅ ਵੈਰੀ ਬਿਊਟੀਫੁਲ ਪੋਇਮ। ਸਟੂਡੈਂਟਸ ਟਰਾਈ ਟੂ ਰਿਸਾਈਟ ਦਿਸ ਪੋਇਮ ਅਗੇਨ। ਇੱਕ ਵਾਰੀ ਫਿਰ ਇਹਨੂੰ ਦੁਬਾਰਾ ਰਿਸਾਈਟ ਕਰਕੇ ਦੇਖੋ, ਇਸ ਦਾ ਮਤਲਬ ਸਮਝ ਕੇ ਦੇਖੋ। ਇਹ ਬਹੁਤ ਹੀ ਸੋਹਣੀ ਅਤੇ ਬਹੁਤ ਹੀ ਵਧੀਆ ਸ਼ਾਰਟ ਪੋਇਮ ਬਾਏ ਬੈਨ ਜੌਨਸਨ। Students, let's do rhyming words now। Rhyming words ਉਹ words ਹੁੰਦੇ ਆ ਬੇਟਾ, the words which rhyme at the last of the line ਦੇ end ਵਾਲਾ word ਜਿਹੜਾ ਹੈ ਉਹ rhyme ਕਰ ਰਿਹਾ ਸੀ ਇਸ poem 'ਚ। ਜਿਵੇਂ first line ਦੇ ਅਖੀਰ 'ਚ word ਸੀ tree ਔਰ second line ਦੇ ਅਖੀਰ 'ਚ word ਸੀ bee। ਸੋ tree rhymes with bee ਕਿਉਂਕਿ ਇਹਨਾਂ ਦੀ ਆਖਰੀ ਸਾਊਂਡ ਜਿਹੜੀ ਹੈ ਆਵਾਜ਼ ਉਹ ਸੇਮ ਸੀ। Rhyming words are the words which are having same sounds। So we will do rhyming words। Tree, bee, years, seer, day, May, night, light, sea, bee। So students, kindly write these rhyming words in your notebook। ਆਪਣੀ ਨੋਟਬੁੱਕ ਦੇ ਵਿੱਚ ਇਹ ਵਰਡਸ ਤੁਸੀਂ ਰਾਈਮਿੰਗ ਵਰਡਸ ਨੋਟ ਵੀ ਕਰਨੇ ਹੈ ਅਤੇ ਲਿਖਣੇ ਵੀ ਹੈ। ਇਹ ਵਰਡਸ ਤੁਸੀਂ ਪੋਇਮ ਦੀ ਲਾਈਨਸ ਦੇਖੋ, ਉਹਨਾਂ ਦੇ ਐਂਡਿੰਗ ਵਰਡਸ ਨੇ। ਪਹਿਲੀ ਲਾਈਨ ਦੇ ਐਂਡ 'ਚ ਵਰਡ ਹੈ ਟਰੀ, ਦੂਸਰੀ ਲਾਈਨ 'ਚ ਬੀ, ਤੀਸਰੀ ਲਾਈਨ ਦੇ ਵਿੱਚ ਵਰਡ ਹੈਗਾ ਡੇ, ਦੈਨ ਮੇ, ਨਾਈਟ, ਲਾਈਟ, ਸੀ, ਬੀ। So kindly write down these। Next beta, I want to tell you again about the central idea or main idea of the poem and what the poet wants to say। ਇੱਕ ਵਾਰੀ end ਤੇ ਮੈਂ ਤੁਹਾਨੂੰ ਦੁਬਾਰਾ explain ਕਰ ਦੇਵਾਂ ਕਿ ਇਸ ਛੋਟੀ ਜਿਹੀ poem ਦੇ ਵਿੱਚ in a short poem the poet wants to say, he actually compared oak tree with lily flower। Oak tree lives for 300 years, lily flower lives for only 1 day, but it is dry, bald and sere।
it the life of the oak tree is just like this कि at the end अंत विच ਉਹ ਇੱਕ ਬੇਜਾਨ ਦਰਖਤ ਵਾਂਗੂ बस डिग ਜਾਂਦਾ है। 300 साल ਦੀ ਜ਼ਿੰਦਗੀ ਦਾ ਅੰਤ ਬੇਜਾਨ ਪੱਤੇ ਕੜਵੇ ਫਰੂਟ ਹੈ ਜਿਹੜਾ ਕਿ ਕਿਸੇ ਦੇ ਕੰਮ ਨਹੀਂ ਆਉਂਦਾ। ਉਹਦੀ ਜਗ੍ਹਾ ਅਗਰ ਅਸੀਂ ਲਿਲੀ ਵੱਲ ਦੇਖੀਏ ਤਾਂ ਲਿਲੀ ਇਜ਼ ਅ ਫਲਾਵਰ ਆਫ ਲਾਈਟ। ਉਹਦੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਹੈ। ਉਹ ਇੱਕ ਦਿਨ ਦੀ ਜ਼ਿੰਦਗੀ ਦੇ ਵਿੱਚ ਹੀ ਸਾਨੂੰ ਕਿੰਨੇ ਚਿਹਰਿਆਂ 'ਤੇ ਸਮਾਈਲ ਅਤੇ ਸਾਡੇ ਗਾਰਡਨ ਦੀ ਸੁੰਦਰਤਾ ਵਧਾ ਜਾਂਦਾ ਹੈ। ਸੋ ਲਿਲੀ ਫਲਾਵਰ ਇਜ਼ ਅ ਫਲਾਵਰ ਆਫ ਲਾਈਟ। ਓਕ ਟਰੀ ਦੀ ਜ਼ਿੰਦਗੀ ਇੱਕ ਯੂਜ਼ਲੈਸ ਲੌਂਗ ਲਾਈਫ ਹੈ ਔਰ ਲਿਲੀ ਦੀ ਯੂਜ਼ਫੁਲ ਲਾਈਫ ਇੱਕ ਦਿਨ ਦੀ useful life of one day. So poet wants to say that in this poem true growth means that the poet wants to say the growth is true only if it is meaningful and purposeful. ਕੱਲੀ growth ਹੀ ਮਾਇਨੇ ਨਹੀਂ ਰੱਖਦੀ। ਸੱਚੀ growth, true ਦਾ ਮਤਲਬ ਕੀ ਹੈ? ਸੱਚੀ growth, ਸੱਚੀ ਤਰੀਕੇ ਨਾਲ ਜ਼ਿੰਦਗੀ ਜਿਉਣਾ ਜਿਹੜਾ ਉਹ ਉਹੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਬੜੇ ਹੀ ਵਧੀਆ ਢੰਗ ਨਾਲ ਬਹੁਤ ਹੀ ਮੀਨਿੰਗਫੁਲ ਤਰੀਕੇ ਦੇ ਨਾਲ ਕੋਈ ਏਮ ਰੱਖ ਕੇ ਇਨਸਾਨੀਅਤ ਵਾਸਤੇ ਜਾਂ ਦੁਨੀਆ ਵਾਸਤੇ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਰੱਖ ਕੇ ਬੜੇ ਹੀ ਵਧੀਆ ਢੰਗ ਨਾਲ ਸਪੈਂਡ ਕਰਦੇ ਹਾਂ। ਸੋ ਬੈਨ ਜੌਨਸਨ compared oak tree with lily flower and tried to convey the meaning that life is meaningful with quality, not quantity. So beta इस poem ਨੂੰ बड़े ही अच्छे तरीके नाल recite करो, write down rhyming words, try to write the main idea of the poem, central idea of the poem, and also if you can write the back questions answers. Thank you so much.